1 to 1 ਮੁਕਾਬਲੇ ਨਹੀਂ ਸੀ ਕਰਨਾ ਚਾਹੁੰਦਾ। ਹੁਣ ਅੱਜ ਵੀ ਪੇ ਕਰਨੇ ਆ, ਮਜਬੂਰੀ ਹੈ, ਸ਼ੌਕ ਚਾਹ ਕੇ ਵੇਖਿਆ ਕਿ ਇਸ ਤੋਂ ਬਗੈਰ ਹੱਲ ਨਹੀਂ। ਸ਼ੌਕ ਦਾ ਮਜ਼ਾ ਵੀ ਦਰਅਸਲ 1 to 1 ਬਾਜ਼ੀਆਂ ਚਾਹੀਦੀਆਂ ਇਸ ਤਰ੍ਹਾਂ ਹੀ ਹੈ। ਲੇਕਿਨ ਹੈ ਕਿ ਯਾਰ ਅਗਰ ਇਹ ਮੈਂ ਬਾਜ਼ੀ ਹਰਿਆ ਨਾ ਤੇ ਫਿਰ ਮੇਰੇ ਵਾਸਤੇ ਤਾਂ ਬਿਲਕੁਲ ਬੜਾ ਨਵਾਂ ਜਿਹਾ ਕੰਮ ਹੋਵੇਗਾ। ਇਹ ਮੈਂ ਜਿੱਤਣੀ ਹੈ। ਔਰ ਜਿਸ ਟਾਈਮ ਮੈਂ ਉਹਦੇ ਨਾਲ ਬਾਜ਼ੀ ਲਾਈ ਸੀ ਉਹ ਹੀਰੋ ਸੀ, ਮੈਂ ਜ਼ੀਰੋ ਸੀ। ਫਿਰ 2 ਮਹੀਨੇ ਮੈਂ ਘਰ ਨਹੀਂ ਆਇਆ, ਫਿਰ ਮੈਂ ਉੱਥੇ ਹੀ ਬੈਠਾ ਤੇ ਮੈਂ ਤਾਂ ਸੁੱਤੇ ਆ ਵੀ ਬਿਲਕੁਲ ਮੇਰੇ ਸਾਹਮਣੇ ਹੁੰਦਾ ਸੀ ਯਾਰ ਇਹ ਬੰਦਾ ਜਿੱਤ ਗਿਆ ਤੇ ਮੇਰਾ ਬਣੇਗਾ ਕੀ। ਮੈਨੂੰ ਸਾਊਂਡ ਨਹੀਂ ਦਿੱਤਾ। ਮੇਰਾ ਸਭ ਤੋਂ ਅਗਰ ਫੇਵਰਟ ਹਰੀਫਾਂ ਚ ਫਿਰ ਰਾਜਾ ਕਾਕਾ ਸਾਹਿਬ ਨੇ। ਰਾਜਾ ਕਾਕਾ ਸਾਹਿਬ, ਰਾਜਾ ਕਾਕਾ ਸਾਹਿਬ ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇੱਕ ਤੇ ਮਾਸ਼ਾਅੱਲਾ 24 ਚ 25 ਤੇ 26 ਚ ਹੈਟ੍ਰਿਕ ਹੋ ਗਈ, ਕਿਹਦਾ ਮਹਿਸੂਸ ਹੋ ਰਿਹਾ ਹੈ? ਹੈਟ੍ਰਿਕ ਇਸ ਦਫਾ ਕੁਝ ਕਰਨਾ ਜ਼ਰੂਰੀ ਸੀ। ਅੱਲਾ ਪੰਜਾਬ ਚੈਂਪੀਅਨ ਦੀ ਆਪਣੀ ਜਗ੍ਹਾ ਤੇ ਜੀ ਜੀ, ਲੇਕਿਨ ਜਿਹੜੀ ਸਰਗੋਦਾ ਦੀ ਹੈਟ੍ਰਿਕ ਸੀ ਉਹਦੀ ਇੱਕ ਅਲੱਗਾ ਸੀ। ਔਰ ਇਸ ਦੇ ਪਿੱਛੇ ਇੱਕ ਸਟੋਰੀ ਹੈ ਜਿਹੜੀ ਮੈਂ ਬਿਆਨ ਨਹੀਂ। ਪਾਕ ਦਾ ਕਰਮ ਹੁੰਦਾ ਵੇ, ਕੋਈ ਪਲੇਅਰ ਖੇਡਦਾ ਉਸ ਨੂੰ ਨਹੀਂ ਪਤਾ ਹੁੰਦਾ। ਜੀ ਜੀ, ਸਈਦ ਅਨਵਰ ਜਿਸ ਦਿਨ 2 ਸੈਂਚਰੀਆਂ ਡਬਲ ਸੈਂਚਰੀਆਂ ਕਰੀਆਂ ਨੇ ਉਹ ਉਸ ਦੇ ਇਲਮ 'ਚ ਨਹੀਂ ਸੀ। ਖੇਡਦਿਆਂ ਖੁਦ ਰਿਕਾਰਡ ਬਣਦੇ ਜਾਂਦੇ ਨੇ ਪਲੇਅਰ ਦੇ। ਜੀ ਤੁਸੀਂ ਕਿਹੜਾ ਪਲੇਅਰ ਵੇਖ ਰਹੇ ਹੋ ਪੰਜਾਬ ਲੈਵਲ ਤੇ ਜਿਹੜਾ ਮਤਲਬ ਤੁਹਾਡੀ ਪਾਰਟੀ ਤੋਂ ਹਟ ਕੇ ਬੜਾ ਅੱਛਾ ਪਰਫਾਰਮੈਂਸ ਦੇ ਰਿਹਾ ਹੋਵੇ? ਮੈਂ ਸਮਝਣਾ ਕਿ ਸਾਨੂੰ ਟਫ ਟਾਈਮ ਦੇਣਗੇ। ਜਿਹੜੀ ਤੁਹਾਡੀ ਹੋਮ ਬਰੀਡ ਅੰਗਰੇਜ਼, ਇਹਦੇ ਬਾਰੇ ਕੀ ਬੋਲੋ ਸਰ? ਅੱਜ ਅਗਰ ਅੰਗਰੇਜ਼ ਦਾ ਨਾਮ ਹੋਣਾ ਤਾਂ ਉੱਥੇ ਆਸਮ ਚੱਦੜ ਦਾ ਆਟੋਮੈਟਿਕ ਆ ਜਾਣਾ। ਸਾਰੀ ਪਰਫਾਰਮੈਂਸ ਦੇਖ ਕੇ ਨਾ ਕੁਝ ਹਜ਼ਰਾਤ ਆਖਦੇ ਨੇ ਕਿ ਇਹ 'ਚ ਪੱਟੀਆਂ ਲਕਰਾ ਸੇ। ਉਸਤਾਦ ਜੀ ਤੁਸੀਂ ਦੱਸਿਆ ਕਿ ਅਸੀਂ ਇਹਦੇ 'ਚ ਟੈਡੀ ਪਰ ਡਾਲਿਆ, ਉਹਦੀ ਵਜ੍ਹਾ ਕੀ ਬਣੀ? ਕਿ ਕਿਆ ਟੈਡੀ ਕਬੂਤਰ ਪਿਓਰ ਸੀ ਜਿਸ ਜੋੜੇ 'ਚ ਬਣੇ? ਨਹੀਂ ਸਖੀ ਸਾਹਿਬ ਫਰਮਾਉਂਦੇ ਨੇ ਕਿ ਉਹ ਪਿੱਛੋਂ ਆਏ ਹਨ, 4-5 ਨਸਲਾਂ ਹਨ, ਉਹਨਾਂ ਦੇ ਕੰਬੀਨੇਸ਼ਨ ਬਣ ਕੇ ਡੈਡੀ ਬਣਿਆ ਹੋਵੇ। ਫਿਰ ਸਮਝੋ ਕਰਾਸ ਸੀ। ਕਰਾਸ ਉਹਨਾਂ ਇਲਾਕਿਆਂ 'ਚ ਹੀ ਖੁਰਮ ਸ਼ਾਹ ਮਨੀਰ ਸ਼ਾਹ ਚੈਂਪੀਅਨ ਬਣੇ ਆ। ਉਹਨਾਂ ਇਲਾਕਿਆਂ 'ਚ ਹੀ ਇਰਫਾਨ ਹਾਂਜ ਨੇ ਕੋਈ 2-3 ਸਾਲ ਕਬੂਤਰ ਉਡਾਏ ਨੇ। ਰਾਜਾ ਕਾਕਾ ਸਾਹਿਬ ਉੱਡਦੇ ਨੇ, ਉਸੇ ਜੇਲਮ ਦੇ ਵਿੱਚ ਉੱਡਦੇ ਨੇ। ਦਰਿਆ ਦੇ ਉੱਤੇ ਹੋਰ ਵੀ ਛੱਤਾਂ ਹੈ ਨੇ। ਵੇਖੋ ਦਰਿਆ ਤੇ ਕਿੰਨੀਆਂ ਛੱਤਾਂ ਨੇ। ਰਿਜ਼ਲਟ ਰਾਜਾ ਸਾਹਿਬ ਦਾ ਹੁੰਦਾ, ਜਿੰਨੇ ਮਿਹਨਤ ਕਰਨੀ ਹੈ ਉਹਦਾ ਹੁੰਦਾ। ਘੋਰੇ 2021 ਵਿੱਚ ਚਾਚਾ ਅਕਮਲ ਖਾਨ 20 ਘੰਟੇ ਵੀ ਬਣੇ ਨੇ, ਬੱਚਿਆਂ ਕੋਲੋਂ ਹਾਰ ਗਿਆ। ਮੌਸਮ ਉਹਨੂੰ ਵੀ ਪਿਆ, ਉਸ ਰੋਲਾ ਤਾਂ ਨਹੀਂ ਪਾਇਆ ਵਾ ਮੈਂ ਨਾਲ ਮੈਂ ਮਰ ਗਿਆ, ਮੈਨੂੰ ਮੌਸਮ ਪੈ ਗਿਆ, ਪੇਤ ਉਹਨੂੰ ਵੀ ਸੀ। ਫਿਰ ਮੌਸਮ ਅਫੈਕਟ ਤੇ ਕਰਦਾ ਹੈ ਨਾ ਕਬੂਤਰਬਾਜ਼ੀ ਤੇ? ਸਰ ਕਰਦਾ। 40-45 ਕਬੂਤਰ ਚਲੇ ਗਿਆ। ਉਸਤਾਦ ਮੀਰ ਮੁਖਤਿਆਰ ਬਾਹਰ ਨਿਕਲਿਆ ਨਾ, ਵੇਖੋ ਯਾਰ ਉਸ ਬੰਦੇ ਦੀ ਬੜੀ ਹਿੰਮਤ ਹੈ। ਇਹ ਉਸ ਬੰਦੇ ਨੂੰ ਦਾਦ ਦਿਓ ਨਾ, ਕਿੰਨੇ ਚੈਂਪੀਅਨ ਬਣਾ ਦਿੱਤੇ ਨੇ, ਕਿੰਗ ਮੇਕਰ ਹੋਏ। ਉਸਤਾਦ ਤੁਸੀਂ ਮਿਲਣਾ ਹੈ ਨਾ, ਉਸਤਾਦ ਦੇ ਬਾਰੇ ਵਿੱਚ ਪਹਿਲਾਂ ਸੋਚੋ ਆਸਮ ਚੱਦਰ ਦੇ ਸ਼ਾਗਿਰਦਾਂ ਦਾ ਕੀ ਰਿਜ਼ਲਟ ਹੈ। ਆਪ ਸ਼ਾਮ ਤਾਈਂ ਉਡਾਉਂਦਾ, ਸ਼ਾਗਿਰਦ 9 ਵਜੇ ਬਹਿ ਜਾਂਦੇ ਨੇ। ਵਾਲਦੈਨ ਦਾ ਤਾਂ ਦਿਲ ਹੁੰਦਾ ਮੇਰਾ ਵੀ ਪੁੱਤਰ ਉੱਥੇ ਮੇਰੇ ਤੋਂ ਵੀ ਉੱਤਾ ਜਾਏ, ਲੇਕਿਨ ਕੁਝ ਨਾ ਕੁਝ ਪੁੱਤਰ 'ਚ ਵੀ ਤਾਂ ਕੁਆਲਿਟੀ ਹੋਵੇ ਨਾ। तो क्वालिटी दिखाई भी, उन्हें तो कही है मैं चैंपियन पीऊदा चैंपियन पुत्र ही। अस्सलाम वालेकुम दोस्तों, मैं हूं आपका दोस्त आपका होस्ट आकिब गल्फ पिजन न्यूज़ सियालकोट की तरफ से। आज हम ऐसे शख्स के पास हाजिर हुए हैं जो किसी तरफ के मोहताज नहीं। चैंपियन पंजाब 2026 जेट उस्ताद चौधरी आसम चदर साहब, जो कि क्लियर खेल ग्रुप की जान है। क्लियर खेल ग्रुप के लिए इन्होंने बहुत सी खिदमात सर अंजाम दी हैं। इसके साथ साथ पंजाब की कबूतर बर्री को लेकर भी इनकी बहुत सी खिदमात हैं। तो आज हम इनसे इंटरव्यू करेंगे, तो इनके बाद इनसे पूछेंगे कबूतरबाजी के मुतालिक, इनके शौक़ भी करेंगे कबूतरों का और दाना पानी वगैरह। वीडियो इंशाल्लाह बहुत इन्फॉर्मेटिव होगी, तो मुकम्मल वीडियो देखते रहिएगा। तो बिना किसी तखीर के हम शुरू करते हैं। अस्सलाम वालेकुम उस्ताद जी। वालेकुम सलाम जी। उस्ताद जी की हाल चाल है तुहाडे? सरकारां बिल्कुल ठीक ठाक। सब तो पहला ਤੁਹਾਨੂੰ ਸਾਡੀ ਟੀਮ ਦੇ ਤਰਫੋਂ ਬਹੁਤ-ਬਹੁਤ ਮੁਬਾਰਕ ਹੋਵੇ। ਖੈਰ ਮੁਬਾਰਕ ਜੀ, ਤੁਸੀਂ ਚੈਂਪੀਅਨ ਬਣੇ ਹੋ ਜੇਠ ਦੇ। ਤੁਹਾਡੀਆਂ ਮੁਹੱਬਤਾਂ ਦਾ ਸ਼ੁਕਰੀਆ ਜੀ। ਉਸਤਾਦ ਜੀ ਸ਼ੌਕ 2026 कैसा ਰਿਹਾ ਤੁਹਾਡੇ ਵਾਸਤੇ? ਮਾਸ਼ਾਅੱਲਾ ਬੜਾ ਅੱਛਾ ਰਿਹਾ ਜੀ। ਇਸ ਦਫਾ ਅਸੀਂ ਚੈਂਪੀਅਨ ਵੀ ਬੜੇ ਆ। ਜੀ ਜੀ, ਅੱਲਾਹ ਪਾਕ ਨੇ ਬੜੀ ਬਾਹ ਫੜੀ ਹੈ, ਉਸ ਬੜਾ ਕਰਮ ਕੀਤਾ ਹੈ। ਉਹਦਾ ਕਰਮ ਹੋਵੇ ਤਾਂ ਹੀ ਸਾਰਾ ਕੁਝ ਬਿਹਤਰ ਹੁੰਦਾ ਹੈ। ਮੌਸਮ ਦੇ ਹਵਾਲੇ ਨਾਲ ਸਾਰਾ ਅੱਲਾਹ ਪਾਕ ਨੇ ਬੜਾ ਕਰਮ ਕੀਤਾ ਔਰ ਅੱਛੇ ਕਬੂਤਰ ਉੜੇ। ਮੌਸਮ कैसा ਰਿਹਾ ਹੈ? ਮੌਸਮ ਵੇਖੋ ਗਰਮ ਹੈ ਸੀ, 3 ਪਰਵਾਜ਼ਾਂ ਪੈਲੀਆਂ। ਜੀ ਜੀ, ਤੀਸਰੀ ਪਰਵਾਜ਼ ਹਵਾ ਵੀ ਹੈ ਸੀ, ਜੀ, ਲੇਕਿਨ ਉਹ ਜ਼ਾਇਆ ਹੋਣ ਵਾਲਾ ਜਾਂ ਉਹ ਮੌਸਮ ਨਹੀਂ ਇੱਥੇ ਪਿਆ ਸਰਗੋਦਾ 'ਚ। ਸਾਜੀ ਕਿੰਨੇ ਕੱਪਾਂ ਦੇ ਟੂਰਨਾਮੈਂਟ ਸੇ ਤੁਸੀਂ? ਸੀ ਤਕਰੀਬਨ ਸਰਗੋਦਾ ਪੰਜਾਬ ਸਾਰੇ ਦੇ ਕੁਝ 70-75 ਕੱਪ ਹੋਣੇ। ਤੇ ਬਾਜ਼ੀਆਂ ਦੀ ਕੀ ਸੂਰਤ ਹਾਲ ਸੀ? ਬਾਜ਼ੀਆਂ 1 to 1 ਮੁਕਾਬਲੇ ਜਿਹੜੇ ਸਾਡੇ ਉਹ ਵੀ 25 ਹੋਣਗੇ ਇਸ ਦਫਾ। ਪਿਛਲੇ ਦਫਾ 42 ਸੀ। ਮਾਸ਼ਾਅੱਲਾ ਸੀ ਟੋਟਲ 1 to 1 ਮੁਕਾਬਲੇ ਜਿਹੜੇ ਨੇ। ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ। ਖੈਰ ਮੁਬਾਰਕ ਜੀ। ਤੇ ਸਾਰੀ ਜਿਹੜਾ ਟੂਰਨਾਮੈਂਟ ਸੇ ਇਹਨਾਂ ਵਿੱਚ ਕੀ ਪੋਜੀਸ਼ਨਾਂ ਰਹੀਆਂ ਨੇ? ਇਹਨਾਂ 'ਚ ਅਸੀਂ ਟੋਟਲ ਜਿੰਨਾ 'ਚ ਅਸੀਂ ਉੜੇ ਆ ਅਸੀਂ ਸਾਰਿਆਂ ਚੈਂਪੀਅਨ। 3 ਰੋਜ਼ਾ, 5 ਰੋਜ਼ਾ, 7 ਰੋਜ਼ਾ, 9 ਰੋਜ਼ਾ, 11 ਰੋਜ਼ਾ, ਜਿੰਨੇ ਵੀ ਕੱਪ ਅਸੀਂ ਉੜੇ। ਤੇ ਸਾਰੀ ਜਿਹੜਾ 11 ਰੋਜ਼ਾ ਜਿਹੜਾ ਮੇਨ ਕੱਪ ਹੁੰਦਾ ਪੰਜਾਬ ਦਾ, ਜੀ ਜੀ, ਉਹ 'ਚ ਕਿੰਨੇ ਘੰਟੇ ਬਣੇ ਹਨ? 1275 ਘੰਟੇ ਸੀ ਮੇਰੇ ਖਿਆਲ 'ਚ। ਮਾਸ਼ਾਅੱਲਾ। ਤੇ ਉਸਤਾਦ ਜੀ ਕਿੰਨੀਆਂ ਸੈਂਚਰੀਆਂ ਹੋਈਆਂ ਨੇ ਇਹਦੇ 'ਚ? ਸਾਡੀਆਂ 8 ਪਹਿਲੇ ਲਗਾਤਾਰ ਸੈਂਚਰੀਆਂ ਸਨ, ਫਿਰ 2 ਪਰਵਾਜ਼ਾਂ ਸਾਡੀਆਂ ਉਤਨੀਆਂ ਅੱਛੀਆਂ ਨਹੀਂ ਸੀ। ਕੋਈ ਸਾਡੇ ਉੱਤੇ ਵੀ ਪ੍ਰੈਸ਼ਰ ਹੈ ਸੀ
ਚੈਂਪੀਅਨਸ਼ਿਪ ਯਾਰਾਂ ਰੋਜ਼ਾ ਦਾ ਜੀ ਜੀ ਤੇ ਲੀਡ ਸਾਡੀ ਹੈ ਸੀ, ਉਸ ਵਾਸਤੇ ਥੋੜੇ ਅਸੀਂ ਵੀ ਕਬੂਤਰ ਈਜ਼ੀ ਛੱਡਦੇ ਰਹੇ ਹਾਂ। 77-80 ਘੰਟੇ ਇਹ ਦੋ ਪਰਵਾਜ਼ਾਂ ਬਣੀਆਂ ਨੇ। ਫਿਰ ਲਾਸਟ ਫਾਈਨਲ ਵਾਲੇ ਦਿਨ ਫਿਰ ਸਾਡੀ ਸੈਂਚਰੀ ਸੀ 127 ਕਿ 28 ਜੀ ਘੰਟੇ। ਮਾਸ਼ਾਅੱਲਾ ਰਿਕਾਰਡ ਹੀ ਬਣਾ ਰਹੇ ਨੇ ਤੁਸੀਂ, 3 ਰੋਜ਼ਾ 5 ਰੋਜ਼ਾ 7 ਰੋਜ਼ਾ 6 ਰੋਜ਼ਾ 11 ਰੋਜ਼ਾ ਰਿਕਾਰਡ ਹੀ ਬਣਾ ਰਹੇ ਨੇ ਤੁਸੀਂ। ਸੱਲ ਅੱਲਾ ਪਾਕ ਦਾ ਕਰਮ ਹੁੰਦਾ ਵੇ, ਕੋਈ ਪਲੇਅਰ ਖੇਡਦਾ ਹੈ, ਉਸ ਨੂੰ ਨਹੀਂ ਪਤਾ ਹੁੰਦਾ। ਜੀ ਜੀ ਸਈਦ ਅਨਵਰ ਜਿਸ ਦਿਨ 2 ਸੈਂਚਰੀਆਂ ਡਬਲ ਸੈਂਚਰੀਆਂ ਕਰੀਆਂ ਨੇ, ਉਹ ਉਸ ਦੇ ਇਲਮ 'ਚ ਨਹੀਂ ਸੀ। ਖੇਡਦਿਆਂ ਖੁਦ ਰਿਕਾਰਡ ਬਣਦੇ ਜਾਂਦੇ ਨੇ ਪਲੇਅਰ ਦੇ। ਉਸਤਾਦ ਜੀ ਤੁਸੀਂ ਚੈਂਪੀਅਨ ਸਰਗੋਦਾ ਆਏ ਹੋ ਮਾਸ਼ਾਅੱਲਾ, 24 ਚ 25 ਤੇ 26 ਚ ਹੈਟ੍ਰਿਕ ਹੋ ਗਈ, ਕਿਹਦਾ ਮਹਿਸੂਸ ਹੋ ਰਿਹਾ ਹੈ? ਸਰ ਮਾਸ਼ਾਅੱਲਾ ਬਸ ਅੱਲਾ ਦਾ ਕਰਮ ਹੈ, ਲੋਕਾਂ ਦੀਆਂ ਦੁਆਵਾਂ ਨੇ ਤੇ ਹੈਟ੍ਰਿਕ ਇਸ ਦਫਾ ਕੁਝ ਕਰਨਾ ਜ਼ਰੂਰੀ ਸੀ। ਅੱਲਾ ਪਾਕ ਨੇ ਫਿਰ ਕਰਮ ਵੀ ਕੀਤਾ, ਦੁਆਵਾਂ ਵੀ ਕੀਤੀਆਂ ਨੇ। ਕੁਝ ਸਾਡੇ ਆਪਣੇ ਦੋਸਤ ਵੀ ਜੀ ਜੀ ਥੋੜਾ ਜਿਹਾ ਹੈ ਸੀ, ਲੇਕਿਨ ਜਿਸ ਟਾਈਮ ਅੱਲਾ ਪਾਕ ਕਰਮ ਕਰਦੇ ਨਾ, ਜੀ ਜੀ ਅੱਲਾ ਪਾਕ ਨੀਅਤਾਂ ਨੂੰ ਪਿਆ ਵੇਂਦਾ ਹੁੰਦਾ। ਨਹੀਂ ਹੈਟ੍ਰਿਕ ਦੀ ਖੁਸ਼ੀ ਇੱਕ ਆਪਣੀ ਬੜੀ ਕ੍ਰਿਕਟ ਮੈਚ ਹੋਏ ਨੇ ਦੇਖੋ ਜੀ, ਪੰਜਾਬ ਚੈਂਪੀਅਨ ਦੀ ਆਪਣੀ ਜਗ੍ਹਾ ਤੇ, ਜੀ ਜੀ ਲੇਕਿਨ ਜਿਹੜੀ ਸਰਗੋਦਾ ਦੀ ਹੈਟ੍ਰਿਕ ਸੀ ਉਹਦੀ ਇੱਕ ਅਲੱਗਾ ਸੀ, ਔਰ ਇਸ ਦੇ ਪਿੱਛੇ ਇੱਕ ਸਟੋਰੀ ਹੈ ਜਿਹੜੀ ਮੈਂ ਬਿਆਨ ਨਹੀਂ ਕਰਨਾ ਚਾਹੁੰਦਾ ਹੈਟ੍ਰਿਕ ਦੀ। ਅੱਛਾ ਅੱਛਾ ਤੇ ਅੱਲਾ ਪਾਕ ਨੇ ਕਰਮ ਕੀਤਾ ਹੈ। ਅਸੀਂ ਆਗੇ ਇੰਟਰਵਿਊ ਕਰਦੇ ਪਏ, ਨਿਕਲਵਾ ਲਾਵਾਂਗੇ ਤੁਹਾਡੇ ਕੋਲ ਜਾਈ। ਉਹ ਇਸ ਤਰ੍ਹਾਂ ਕਿ ਅੱਲਾ ਪਾਕ ਨੇ ਬਸ ਕਰਮ ਕੀਤਾ ਹੈ। ਜੀ ਜੀ ਅੱਲਾ ਪਾਕ ਨੇ ਹੈਟ੍ਰਿਕ ਵੀ ਕਰਾ ਦਿੱਤੀ, ਔਰ ਸਰਗੋਦਾ 'ਚ ਪਹਿਲੀ ਦਫਾ ਹੈਟ੍ਰਿਕ ਹੋਈ ਹੈ। ਸਰ ਜੀ ਮਾਸ਼ਾਅੱਲਾ ਤੁਹਾਡਾ ਤੁਹਾਂ ਇੱਕ ਹੋਰ ਨਵਾਂ ਰਿਕਾਰਡ ਬਣਾ ਰਿਹਾ ਸਰਗੋਦਾ 'ਚ। ਮੈਂ ਪਹਿਲੀ ਵਾਰੀ ਜਿਹੜਾ ਚੈਂਪੀਅਨ ਪੰਜਾਬ ਹੋਇਆ। ਸਰਗੋਦਾ 'ਚ ਵੇਖੋ ਜੀ, ਹਿਸਟਰੀ ਤੇ ਕਬੂਤਰਬਾਜ਼ੀ ਤੇ ਬਹੁਤ ਪੁਰਾਣੀ ਹੈ ਨਾ। ਸਰਗੋਦਾ 'ਚ ਚੈਂਪੀਅਨ ਜਿਹੜਾ ਹੈ ਉਹ ਪਹਿਲਾ ਬਣਿਆ ਕਿਸੇ ਵੀ ਫਾਰਮੈਟ ਦਾ। ਸਾਡੇ ਤੋਂ ਪਹਿਲਾਂ ਤਾਂ ਬਲਕਿ ਸਰਗੋਦੇ ਵਿੱਚ ਖਾਨ ਸਾਹਿਬ ਹੀ ਟਾਪ ਤੇ ਸੀ, ਸੈਫ ਖਾਨ ਸਾਹਿਬ। ਹੁਣ ਅੱਜ ਕੱਲ੍ਹ ਅੱਲਾ ਦਾ ਕਰਮ ਹੈ ਕਿ ਸਾਡੇ ਤੇ ਅੱਲਾ ਤਾਲਾ ਨੇ ਬਾਂਹ ਫੜ ਲਈ ਹੈ। ਕੱਲ੍ਹ ਨਾ ਸਾਡੇ ਤੋਂ ਬਾਅਦ ਕੋਈ ਹੋਰ ਆ ਜਾਏਗਾ ਨਵਾਂ, ਜਿਹੜਾ ਅੱਛਾ ਸ਼ੌਕ ਕਰ ਲੇਗਾ, ਸਾਡੇ ਤੋਂ ਵੀ ਅੱਛਾ ਉਡਾ ਲੇਗਾ। ਲੇਕਿਨ ਇੱਕ ਚੀਜ਼ ਤੇ ਆਏ, ਇੱਕ ਚੀਜ਼ ਤੇ ਮੇਰੇ ਤਾਂ ਤੇ ਹੀ ਰਵੇਗੀ ਨਾ, ਕਿ ਸਰਗੋਦੇ 'ਚ ਪਹਿਲਾ ਸ਼ਖਸ ਹੈ ਜਿਹੜਾ ਚੈਂਪੀਅਨ ਪੰਜਾਬ ਬਣਿਆ। ਇਹ ਰਿਕਾਰਡ ਅੱਲਾ ਪਾਕ ਨੇ ਜਿਹੜਾ ਕਰਮ ਕੀਤਾ ਹੈ, ਇਹ ਆਸਮ ਚੱਦਰ ਤੇ ਅੱਲਾ ਪਾਕ ਨੇ ਸ਼ਫਕਤ ਕੀਤੀ ਹੈ ਕਿ ਸਰਗੋਦੇ 'ਚ ਪਹਿਲਾ ਬੰਦਾ ਹੈ। ਇਹ ਮਿਸਾਲ ਰਵੇਗੀ, ਪਹਿਲਾ ਬੰਦਾ ਜਿਹੜਾ ਟੋਟਲ ਟੂਰਨਾਮੈਂਟਾਂ ਦਾ ਚੈਂਪੀਅਨ ਬਣਿਆ। ਬਸ ਅੱਲਾ ਦਾ ਕਰਮ ਹੁੰਦਾ। ਹਾਂਜੀ, ਇਹ ਰਿਕਾਰਡ ਤੇ ਤੁਹਾਡੇ ਨਾਮ ਹੀ ਰਹਿਣਾ ਨਾ ਸਾਰੀ ਉਮਰ, ਤਾਂ ਹਯਾਤ ਤੱਕ। ਜੀ ਜੀ ਪਹਿਲਾ ਚੈਂਪੀਅਨ ਸਰਗੋਦਾ ਦੇ ਵਿੱਚ। ਜੀ ਵੇਖੋ ਜੀ, ਸਰਗੋਦੇ 'ਚ ਹੋਰ ਵੀ ਚੈਂਪੀਅਨ, ਔਰ ਸਾਡੀ ਵੇਖੋ ਜਿਹੜਾ ਚੈਂਪੀਅਨ ਹੁੰਦਾ ਹੈ ਅਸੀਂ ਛੱਡ ਦੇਣਾ, ਸਾਡਾ ਦੁਆ ਤੇ ਹੋਣੀ ਚਾਹੀਦੀ ਯਾਰ ਸਰਗੋਦਾ 'ਚ ਹੋਰ ਕੋਈ ਚੈਂਪੀਅਨ ਬਣੇ, ਹੋਰ ਬਣੇ ਚੈਂਪੀਅਨ। ਇਹ ਤੇ ਨਹੀਂ ਜ਼ਰੂਰੀ ਕਿ ਆਸਮ ਚੱਦਰ ਚੈਂਪੀਅਨ ਬਣੇ ਤਾਂ ਸਰਗੋਦਾ ਚੈਂਪੀਅਨ ਦੂਜਾ ਬਣੇ ਤਾਂ ਮੈਂ ਉਹਦਾ ਸਹੀ ਸ਼ੁਰੂ ਕਰ ਦਿਆਂ। ਉਹ ਅੱਛੇ ਕਬੂਤਰ ਉਡਾਏਗਾ, ਮੈਂ ਮੰਨਾਂਗਾ ਯਾਰ ਫਲਾਣੇ ਅੱਛੇ ਉਡਾਏ ਨੇ। ਸਾਡੀ ਸ਼ੌਕ ਦੀ ਆਗਾਜ਼ ਕਿਹੜੀ ਸੰਚ ਕੀਤੀ ਤੁਸੀਂ? ਸਰ ਮੈਂ ਸ਼ੌਕ ਬਚਪਨ 'ਚ ਕਬੂਤਰ ਰੱਖੇ ਸਨ, ਬਹੁਤ ਛੋਟੇ ਸਾਂ। ਜੀ ਜੀ ਉਸ ਤੋਂ ਬਾਅਦ ਛੋੜ ਦਿੱਤੇ ਜਿਸ ਟਾਈਮ ਥੋੜਾ ਜਿਹਾ ਬੜੇ ਹੋਏ, ਹੋਸ਼ ਆਈ, ਸਮਝਿਆ ਨਹੀਂ, ਛੋੜ ਦਿੱਤੇ। ਫਿਰ 30-35 ਸਾਲ ਸ਼ੌਕ ਨਾਲ ਦਿਲਚਸਪੀ ਨਹੀਂ ਸੀ। ਫੈਮਿਲੀ ਸਪੋਰਟ ਹੈ ਸੀ ਇਹਦੇ ਮਾਮਲੇ 'ਚ? ਨਹੀਂ ਸਖਤ ਹੈ ਫੈਮਿਲੀ ਸਪੋਰਟ। ਅਸਲ ਇੱਕ ਹੋਰ ਚੀਜ਼ ਹੈ ਨਾ, ਬਚਪਨ 'ਚ ਬੱਚੇ ਨੂੰ ਮਨਾ ਕਰਦੇ ਨੇ। ਜਿਸ ਉਮਰ 'ਚ ਦੁਬਾਰਾ ਸਾਨੂੰ ਸ਼ੌਕ ਹੋਇਆ, ਉਸ ਉਮਰ 'ਚ ਤਾਂ ਅਸੀਂ ਖੁਦ ਕਫੀਲ ਸਾਂ, ਅਸੀਂ ਖੁਦ ਵੱਡੇ ਸਾਂ। ਮੈਂ ਸਾਡਾ ਇਲਾਕਾ ਜਾਣਦਾ ਹੈ, ਸਿਆਸਤ, ਥਾਣਾ ਧਪਾਣਾ, ਅੱਗੇ ਪਿੱਛੇ ਲੋਕਾਂ ਦੇ ਕੰਮ, ਰਫਾਈ ਕੰਮ, ਉਹ ਕੰਮ ਕਰਦਾ ਸਾਂ। ਫਿਰ ਬਸ ਇਸੇ ਤਰ੍ਹਾਂ ਸਾਡਾ ਇੱਕ ਦੋਸਤ ਮੇਰੇ ਕੋਲ ਪੋਲਟਰੀ ਫਾਰਮ ਸੀ, ਉਹ ਮੈਂ ਦਿੱਤਾ ਉਸ ਨੂੰ, ਸਾਡਾ ਭਾਈ, ਉਹ ਅੱਛਾ ਦੋਸਤ ਫਿਰ ਬਣ ਗਿਆ। ਉਸ ਨੇ ਛੋਟਾ ਜਿਹਾ ਕੁੱਡਾ ਬਣਾ ਕਬੂਤਰ ਰੱਖੇ। ਉਸ ਤੋਂ ਬਾਅਦ ਫਿਰ ਮੈਂ ਉਹ ਸਿਆਸਤ ਦੀ ਨਜ਼ਰ ਵਿੱਚ ਹੀ ਟੂਰਨਾਮੈਂਟ ਸ਼ੁਰੂ ਕਰ ਦਿੱਤੇ। ਦਿਲਚਸਪੀ ਕਬੂਤਰਾਂ ਵਾਲ ਕੋਈ ਨਾ, ਬਕਾਇਦਾ ਮੈਂ 2021 ਵਿੱਚ ਉਸ ਦੀ ਵੀ ਇੱਕ ਵਜ੍ਹਾ ਮੈਂ ਤੁਹਾਨੂੰ ਦੱਸਦਾ ਜਾਂ ਕਿ ਬਾਜ਼ ਦਫਾ ਤੁਹਾਡਾ ਹਰੀਫ ਤੁਹਾਨੂੰ ਕਬੂਤਰਬਾਜ਼ ਬਣਾਉਂਦਾ ਹੈ। ਮੇਰੇ ਨਾਲ ਪਹਿਲੀ ਦਫਾ ਮੇਰੇ ਨਾਲ ਕੋਈ ਵੀ ਸਰਗੋਦੇ 'ਚ ਮੇਰਾ ਇਸ ਕਿਸਮ ਦਾ ਮੌਲ ਸੀ ਕਿ ਮੈਂ ਬਾਜ਼ੀ ਨਹੀਂ ਸੀ ਲਾਉਂਦਾ। ਮੈਂ ਔਰ ਆਪਣੀ ਛਾਤਾ ਲਗੌਰ ਵੀ ਨਹੀਂ ਸੀ ਕਰਦਾ। ਲੋਕ ਸੀ ਛੋਰਾ ਉਡਾ ਦੇਣੇ, ਇੱਕ ਪੜਕ ਉਡਣੀ, 2 ਪੜਕ ਉਡਣੀ, ਬਸ। ਇਸ ਤੋਂ ਇਲਾਵਾ ਕੋਈ ਦਿਲਚਸਪੀ ਟੂਰਨਾਮੈਂਟ ਕਰਾਉਣਾ, ਵਿਜ਼ਿਟ ਕਰਨੇ, 2 4 5 ਗੱਡੀਆਂ ਮੁਖਤਲਿਫ ਸਾਈਡਾਂ ਤੇ, ਇੱਕ ਗੱਡੀ ਤੇ ਮੈਂ ਆਉਣਾ, ਦੂਸਰਾ ਟੀਮਾਂ ਹੋਣੀਆਂ, ਜਿੰਨਾ ਕਰਨਾ ਕਿ ਕਿੱਥੇ ਮੁਨਸਬ ਹੈ। ਫਿਰ ਆਖਰੀ 2 ਪੜਕਾਂ ਵਿੱਚ 10-10 ਮੁਨਸਬ ਕੋਲੋਂ ਦੇਣੇ, ਚੈਕਿੰਗ ਕਰਨੀ, ਟੂਰਨਾਮੈਂਟ ਕਰਾਉਣਾ, ਇਕੱਠ ਕਰਨਾ। ਤੇ ਸਾਡਾ ਇੱਕ ਭਾਈ ਹੈ ਹਰੀਫ ਵੀ, ਉਸਤਾਦ ਜ਼ਨਫਰ ਜਵੇਦ ਬਾਜਵਾ, ਉਸ 2021 'ਚ ਮੇਰੇ ਨਾਲ ਬਾਜ਼ੀ ਲਾਈ। ਮਤਲਬ ਕਿ ਮੈਂ ਸ਼ੌਕ 1 to 1 ਮੁਕਾਬਲੇ ਨਹੀਂ ਸੀ ਕਰਨਾ ਚਾਹੁੰਦਾ। ਹੁਣ ਅੱਜ ਵੀ ਪੇ ਕਰਨੇ ਆ, ਮਜਬੂਰੀ ਹੈ। ਸ਼ੌਕ ਚਾਹ ਕੇ ਵੇਖਿਆ ਕਿ ਇਸ ਤੋਂ ਬਗੈਰ ਹੱਲ ਨਹੀਂ। ਸ਼ੌਕ ਦਾ ਮਜ਼ਾ ਵੀ ਦਰਅਸਲ 1 to 1 ਬਾਜ਼ੀਆਂ ਚਾਹੀਦੀਆਂ ਇਸ ਤਰ੍ਹਾਂ ਹੀ ਹੈ, ਲੇਕਿਨ ਮਜ਼ਾ ਉਸ ਸ਼ੌਕ ਦਾ ਕਿ ਹਰੀਫ ਨਾਲ ਪਿਆਰ ਹੋਵੇ। ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਹਰੀਫ ਨਾਲ, ਉਹ ਜ਼ਨਵਰ ਜਵੇਦ ਬਾਜਵੇ ਨੇ ਬਾਜ਼ੀ ਲਾ ਦਿੱਤੀ ਸਾਡੀ ਪਹਿਲੀ ਦਫਾ 7 ਦਿਨ ਦੀ
ਮੈਂ ਉੱਡ ਰਿਹਾ ਸੀ 7 ਦਿਨ ਨਹੀਂ, ਉਹ ਵੀ ਉੱਡ ਰਹੇ 7 ਦਿਨ ਦੀ। ਉਹ ਫਿਰ ਉਹਦੀ ਵਜ੍ਹਾ ਤੋਂ ਫਿਰ ਮੈਨੂੰ ਆਇਆ ਕਿ ਯਾਰ ਅਗਰ ਇਹ ਮੈਂ ਬਾਜ਼ੀ ਹਰਿਆ ਨਾ ਤੇ ਫਿਰ ਮੇਰੇ ਵਾਸਤੇ ਤਾਂ ਬਿਲਕੁਲ ਬੜਾ ਨਵਾਂ ਜਿਹਾ ਕੰਮ ਹੋਵੇਗਾ, ਇਹ ਮੈਂ ਜਿੱਤਣੀ ਹੈ। ਔਰ ਜਿਸ ਟਾਈਮ ਮੈਂ ਉਹਦੇ ਨਾਲ ਬਾਜ਼ੀ ਲਾਈ ਸੀ ਉਹ ਹੀਰੋ ਸੀ, ਮੈਂ ਜ਼ੀਰੋ ਸੀ। ਸਟਾਰਟ ਹੀ ਨਵਾਂ ਕੀਤਾ ਸੀ। ਸਟਾਰਟ ਹੀ ਨਵਾਂ, ਮੈਂ ਛੱਤ ਤੇ ਬੈਠਾ ਹੀ ਨਹੀਂ ਸੀ ਕਦੀ। ਫਿਰ 2 ਮਹੀਨੇ ਮੈਂ ਘਰ ਨਹੀਂ ਆਇਆ, ਫਿਰ ਮੈਂ ਉੱਥੇ ਹੀ ਬੈਠਾ। ਫਿਰ ਅੱਲਾਹ ਪਾਕ ਨੇ ਕਰਮ ਕੀਤਾ, ਮੈਂ ਜ਼ੀਰੋ ਹੀਰੋ, ਮੈਂ ਹੀਰੋ ਉਹ ਜ਼ੀਰੋ। ਤੇ ਮੈਂ ਹੁਣ ਵੀ ਇਹ ਬਾਜਵਾ ਸਾਹਿਬ ਨਾਲ ਆਖਾਂਗਾ ਕਿ ਮੇਰੇ ਹੀ ਅੱਜ ਕਬੂਤਰਬਾਜ਼ੀ ਤੁਹਾਡਾ ਬਹੁਤ ਵੱਡਾ ਹੱਥ ਹੈ, ਕਿਉਂਕਿ ਹਰੀਫ ਹੋਵੇਗਾ ਤਾਂ ਤੁਹਾਡੀ ਕਬੂਤਰਬਾਜ਼ੀ। ਤੇ ਮੈਂ ਤਾਂ ਸੁੱਤੇ ਆ ਵੀ ਬਿਲਕੁਲ ਮੇਰੇ ਸਾਹਮਣੇ ਹੁੰਦਾ ਸੀ ਯਾਰ ਇਹ ਬੰਦਾ ਜਿੱਤ ਗਿਆ ਤੇ ਮੇਰਾ ਬਣੇਗਾ ਕੀ, ਮੈਨੂੰ ਸਾਊਂਡ ਨਹੀਂ ਦਿੱਤਾ। ਤੁਹਾਡਾ ਪਸੰਦੀਦਾ ਹਰੀਫ ਵੀ ਫਿਰ ਉਹਨਾਂ ਹੀ ਜ਼ਨਫਰ ਬਾਜਵਾ ਸਾਹਿਬ, ਕਿਉਂਕਿ ਜੀ ਪਹਿਲਾ ਉਹ ਹੀ ਸੀ ਹਰੀਫ ਮੇਰਾ। ਉਹ ਵੀ ਇਹ ਭਾਈਆਂ ਵਾਲਾ ਸ਼ੌਕ ਹੁੰਦਾ ਮੇਰਾ। ਸਭ ਤੋਂ ਅਗਰ ਫੇਵਰਟ ਹਰੀਫਾਂ 'ਚ ਫਿਰ ਰਾਜਾ ਕਾਕਾ ਸਾਹਿਬ ਨੇ। ਰਾਜਾ ਕਾਕਾ ਸਾਹਿਬ, ਰਾਜਾ ਕਾਕਾ ਸਾਹਿਬ ਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇੱਕ ਤੇ ਹੈ ਕਿ ਉਹ ਸਾਡੇ ਨਾਲੋਂ ਬਹੁਤ ਸੀਨੀਅਰ ਸਨ। ਸਾਡਾ ਇੱਕ ਜਨੂਨ ਸੀ ਯਾਰ ਅਸੀਂ ਰਾਜਾ ਸਾਹਿਬ ਨੇ ਜਿੱਤੀਏ। ਪਿਛਲੇ ਸਾਲ ਮੇਰੀ ਪਹਿਲੀ ਬਾਜ਼ੀ ਲੱਗੀ ਔਰ ਆਖਰੀ ਪ੍ਰਵਾਜ਼ ਤੱਕ ਸਾਡਾ ਫਾਈਨਲ ਇਸ ਤਰ੍ਹਾਂ ਹੋਇਆ ਕਿ 1 ਘੰਟਾ ਰਾਜਾ ਸਾਹਿਬ ਅੱਗੇ ਸਨ। 1 ਘੰਟਾ 5 ਐਵਰੇਜਾਂ ਬਰਾਬਰ ਸਨ। ਅੱਛਾ, ਮੇਰੀ ਆਖਰੀ ਮਾਦੀ ਨਹੀਂ ਬੈਠੀ, ਅਗਰ ਬੈਠ ਜਾਂਦੀ ਤੇ ਮੈਂ ਜਿੱਤਦਾ ਸਾਂ। ਅੱਛਾ, ਉਹ ਰਾਜਾ ਸਾਹਿਬ ਜਿੱਤ ਗਏ। ਯਾਨੀ ਬੜਾ ਟਫ ਮੁਕਾਬਲਾ ਹੋਇਆ। ਪਿਛਲੇ ਸਾਲ ਦੀ ਗੱਲ ਕਰ ਰਹੇ? ਪਿਛਲੇ ਸਾਲ ਦੀ। ਇਸ ਦਫਾ ਮੈਂ ਸਮਝਣਾ ਕਿ ਰਾਜਾ ਸਾਹਿਬ ਨੂੰ ਮੌਸਮ ਨਹੀਂ ਲੱਭਾ। ਮੈਂ ਗਿਆ ਸੀ, ਉਹ ਨਾ ਨਹੀਂ ਉਹ ਵੇਖੋ ਹਕੀਕਤ ਹੁੰਦੀ ਹੈ ਨਾ, ਉਹਨਾਂ ਨੂੰ ਮੌਸਮ ਨਹੀਂ ਲੱਭਾ। ਲੇਕਿਨ ਉਹਦੇ ਬਾਵਜੂਦ ਵੇਖੋ ਉਹਨਾਂ ਮੈਨੂੰ ਮੁਬਾਰਕ ਵੀ ਦਿੱਤੀ ਹੈ, ਪਾਈਆਂ ਵਾਲਾ ਤਲਕ ਜੀ ਅਸੀਂ ਹਰੇ ਹਾਂ, ਸਾਨੂੰ ਤਕਲੀਫ ਕੋਈ ਨਹੀਂ ਹੋਈ, ਅਸੀਂ ਜਿੱਤੇ ਹਾਂ, ਰਾਜਾ ਸਾਹਿਬ ਨੂੰ ਕੋਈ ਨਹੀਂ। ਬਿਹਤਰੀਨ ਹਰੀਫ ਵੀ ਹੋਈ ਹੁੰਦਾ ਜਿਹੜਾ ਤੁਹਾਨੂੰ ਮੁਬਾਰਕ ਦੇਵੇ। ਵਜ੍ਹਾ ਮੁਬਾਰਕ ਨਹੀਂ, ਸਾਡੀ ਬੜੀ ਫਰੈਂਕਨੈਸ ਹੈ ਉਹਨਾਂ ਨਾਲ। ਫਰੈਂਕਨੈਸ ਹੈ ਸਾਡੇ ਬਾਬੇ ਰੀ ਨੇ, ਬਾਬਾ ਮੋਇਨ ਨਵਾਜ਼ ਸਾਹਿਬ, ਉਹ ਸਾਡੇ ਪਿਆਰ ਕਰਨ ਵਾਲੇ ਨੇ। ਸਾਡੀ ਉਹਨਾਂ ਨਾਲ ਬੜੀ ਗੱਪ ਛਾਪ ਸ਼ੁਗਲ ਉਹਨਾਂ ਨਾਲ ਹੁੰਦਾ। ਤੇ ਤਾਜੀ ਤੁਸੀਂ ਕਿਹੜਾ ਪਲੇਅਰ ਵੇਖ ਰਹੇ ਹੋ ਪੰਜਾਬ ਲੈਵਲ ਤੇ ਜਿਹੜਾ ਮਤਲਬ ਤੁਹਾਡੀ ਪਾਰਟੀ ਤੋਂ ਹਟ ਕੇ ਬੜਾ ਅੱਛਾ ਪਰਫਾਰਮੈਂਸ ਦੇ ਰਿਹਾ ਹੋਵੇ? ਸਰ ਮੇਰਾ ਖਿਆਲ ਆਉਂਦਾ ਹੈ, ਜ਼ਿਕਰ ਕਰਦਾ ਚੱਲਾਂ ਉਸਤਾਦ ਆਸ਼ਿਕ ਸੈਨਵੀ ਦਾ ਅੱਛਾ ਰਿਜ਼ਲਟ ਹੈ। ਔਰ ਮੇਰੇ ਖਿਆਲ ਵਿੱਚ ਕਿ ਨਮਾਨ ਬੱਟ ਜਿਹੜਾ ਨਾ, ਮਾਈ ਬੱਟਰੀ ਜੀ ਜੀ, ਉਹ ਮੈਂ ਸਮਝਣਾ ਕਿ ਸਾਨੂੰ ਟਫ ਟਾਈਮ ਦੇਣਗੇ। ਟਫ ਟਾਈਮ ਉਸਤਾਦ ਜਿਹੜੀ ਤੁਹਾਡੀ ਹੋਮ ਬਰੀਡ ਅੰਗਰੇਜ਼, ਇਹਦੇ ਬਾਰੇ ਕੀ ਬੋਲੋ? ਸਰ ਅਸਲ ਪਤਾ ਕਿ ਇਹ ਮੇਰੇ ਕੋਲ ਆਏ, ਮੇਰੇ ਨਾਂ ਤੋਂ ਮਨਸੂਬ ਹੋ ਗਏ ਨੇ ਕਬੂਤਰ। ਅੱਛਾ ਅੱਛਾ। ਲੇਕਿਨ ਹਕੀਕਤ ਇਹਦੇ ਵਿੱਚ ਵੀ ਬਿਆਨ ਕਰਨੀ ਚਾਹੀਦੀ ਹੈ, ਤਾਂ ਮੁੱਢ ਪਿੱਛਾ ਟੁਰਨਾ ਚਾਹੀਦਾ। ਜਿਹੜੇ ਲੋਕਾਂ ਦੀ ਮਿਹਨਤ ਇਹਦੇ ਵਿੱਚ ਹੀ ਲਾਲਾ ਮੋਹਸਨ ਸਾਹਿਬ ਔਰ ਅਨਸਰ ਵੜਾਈ ਸਾਹਿਬ ਕਿਸੇ ਦੌਰ 'ਚ ਇਕੱਠੇ ਕਬੂਤਰ ਰੱਖੇ ਸਨ। ਇਹ ਉਹਨਾਂ ਨੇ ਕਬੂਤਰ ਬਣਾਏ, ਮੇਰੇ ਕੋਲ ਉਹਨਾਂ ਕੋਲੋਂ ਆਏ। ਹਾਲਾਂਕਿ ਅੱਜ ਅਗਰ ਅੰਗਰੇਜ਼ ਦਾ ਨਾਂ ਆਉਣਾ ਤਾਂ ਉੱਥੇ ਆਸਮ ਚੱਦਰ ਦਾ ਆਟੋਮੈਟਿਕ ਆ ਜਾਣਾ। ਜੀ ਜੀ। ਇਹ ਸਾਡੇ ਕੋਲ ਸਰਗੋਦਾ ਭਲਵਾਲ ਦੇ ਵਿੱਚ ਸ਼ਾਇਦ 1992 ਦੇ ਕਬੂਤਰ ਚੱਲ ਰਹੇ ਨੇ। ਇਹ ਨਾ ਬਹੁਤ ਅੱਛੇ ਕਬੂਤਰ ਉੱਡੇ ਨੇ। ਅਨਸਰ ਵੜੈਜ ਦੀ ਛੱਤ ਤੇ ਉੱਡੇ ਨੇ, ਫਿਰ ਸੈਫ ਖਾਨ ਦੀ ਛੱਤ ਤੇ ਉੱਡੇ ਨੇ। ਬੇਸਿਕ ਉਹ ਕਬੂਤਰ ਨੇ ਔਰ ਉਹਨਾਂ ਲੋਕਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਜਿਨ੍ਹਾਂ ਦਾ ਇਹ ਕਬੂਤਰ ਹੈ ਨੇ। ਫਿਰ ਸਾਡੇ ਕੋਲ ਆਏ ਅੱਗੂ, ਅਸੀਂ ਵਿੱਚ ਹੋਰ ਇਹਨਾਂ 'ਚ ਹੋਰ ਨਵੇਂ ਕਬੂਤਰ ਪੀਪਲਾਂ ਵਾਲੇ ਐਡ ਕੀਤੇ, ਉਹ ਬਿਹਤਰ ਹੋ ਗਏ। ਅੰਗਰੇਜ਼ ਕਬੂਤਰ ਉੜਿਆ ਮੇਰੇ ਕੋਲ, ਬੱਚਾ ਆਇਆ ਸੀ ਉਦੋਂ ਹੀ। ਤਾਂ ਜੀ ਬੇਸਿਕਲੀ ਕਿਹੜੀ ਬਰੀਡ ਹੈ? ਸਰ ਇਹ ਟੁਣੀਆਂ ਕਬੂਤਰ ਨੇ। ਉਸ ਤੋਂ ਬਾਅਦ ਅਸੀਂ ਇਹਨਾਂ 'ਚ ਅਨਮੋਲ ਸਲੇਟੀ ਕਬੂਤਰ ਵੀ ਜਿਹੜੇ ਨੇ। ਇਹਦੇ ਮਾਂ ਕਿਹੜੀ ਤੇ ਪਿਓ ਕਿਹੜਾ? ਇਹਦੇ ਵਿੱਚ ਜਿਹੜਾ ਨਾ ਇਹਦਾ ਜਿਹੜਾ ਸੀ ਨਾ ਚਿੱਟੇ ਕਬੂਤਰਾਂ ਦੇ ਵਿੱਚ 2-3 ਕਰਾਸ ਆਏ ਨੇ। ਇਹਨਾਂ ਵਿੱਚ ਟੈਡੀ ਵੀ ਆਏ ਨੇ। ਇਹਨਾਂ ਵਿੱਚ ਜ਼ਿਆਦਾ ਪੀਪਲਾਂ ਵਾਲੇ ਕਬੂਤਰ ਪਏ ਨੇ 2-3 ਨਾਥ। ਉਸ ਤੋਂ ਬਾਅਦ ਅੰਗਰੇਜ਼ ਬਣੇ ਨੇ ਕਬੂਤਰ। ਜਿਹੜਾ ਅੰਗਰੇਜ਼ ਕਬੂਤਰ ਨੇ ਬੇਸ਼ੱਕ ਸਲੇਟੀ ਗਰਦਨ ਵਾਲੇ ਕਬੂਤਰ ਨੇ। ਜਿਸ ਤਰ੍ਹਾਂ ਅਨਮੋਲ ਕਬੂਤਰ ਨੇ ਉਹਨਾਂ ਦੀ ਮੁਸ਼ਾਬਤ ਰੱਖਣਗੇ ਜਿਹੜੇ ਸਲੇਟੀ ਪੀਪਲਾਂ ਵਾਲੇ ਕਬੂਤਰ ਨੇ। ਸਾਰੀ ਪਰਫਾਰਮੈਂਸ ਦੇਖ ਕੇ ਨਾ ਕੁਝ ਹਜ਼ਰਾਤ ਆਖਦੇ ਨੇ ਕਿ ਇਹ 'ਚ ਪੱਟੀ ਵਾਲਾ ਕਰਾਸ ਹੈ। ਸਰ ਅਸੀਂ ਇਸ ਬਾਰੇ ਵਿੱਚ ਇਹ ਕਹਾਂਗੇ ਕਿ ਜਿਹੜੇ ਅੰਗਰੇਜ਼ ਕਬੂਤਰ ਨੇ ਸਭ ਗੱਲ ਕਰਨੀ 1992 ਤੋਂ ਲੱਗ ਕੇ ਅੱਜ ਤੱਕ ਜਿਹੜੇ ਲੋਕਾਂ ਦੇ ਥਰੂ ਆਏ ਨੇ, ਉਹ ਵੀ ਔਰ ਮੈਂ ਵੀ ਇਸ ਗੱਲ ਦਾ ਲਫ਼ ਦਿਆਂਗੇ ਕਿ ਸਾਡੇ ਹੀ ਲਮਚ ਨੇ ਕਿ ਇਹਨਾਂ 'ਚ 80 ਪੱਟੀ ਵਾਲਾ ਨਹੀਂ ਡਾਲਿਆ ਔਰ ਹੈ ਵੀ ਨਹੀਂ। ਇੱਕ ਤੇ ਇਹਨਾਂ ਦੀ ਆਦਤ ਅਸਾਂ ਨਹੀਂ ਵੇਖੀ, ਇਹਨਾਂ 'ਚ ਕੋਈ ਪੱਟੀ ਵਾਲੇ ਰੰਗ ਦਾ ਉਹ ਡੱਬਾ ਖੜੱਬਾ ਬੱਚਾ ਨਿਕਲਿਆ ਹੋਵੇ। ਫਿਰ ਅਸਾਂ ਨਹੀਂ ਵੇਖਿਆ ਕਿ ਥੱਲੇ ਰੁਕੇ ਹੋ ਕਬੂਤਰ, ਇਹ ਬੰਦ ਉੱਡਦੇ ਨੇ ਕਬੂਤਰ ਸਾਰੇ ਬੰਦ ਹੋ ਜਾਂਦੇ ਨੇ। ਔਰ ਕਈ ਵਾਰ ਇਸ ਦਫਾ ਵੀ ਹੋਇਆ ਕਿ ਸ਼ਾਮ ਨਹੀਂ ਸ਼ੋ ਵੀ ਹੋਇਆ। ਇਸ ਤਰ੍ਹਾਂ ਵੀ ਇਹਨਾਂ ਕਬੂਤਰਾਂ 'ਚ ਹੋਇਆ। ਅਸੀਂ ਇਹਨਾਂ ਦੀ ਕੋਈ ਖਸਲਤ ਨਹੀਂ ਵੇਖੀ
ਉਸਤਾਦ ਜੀ ਤੁਸੀਂ ਦੱਸਿਆ ਕਿ ਅਸੀਂ ਇਹਦੇ 'ਚ ਟੈਡੀ ਪਰ ਡਾਲਿਆ ਵੇ, ਉਹਦੀ ਵਜ੍ਹਾ ਕੀ ਬਣੀ ਕਿ ਸਰ ਟੈਡੀ ਦੀ ਪਤਾ ਜ਼ਰੂਰਤ ਪੈ ਕੀ ਗਈ? ਹੈ, ਟੈਡੀ ਇਸ ਤਰ੍ਹਾਂ ਨਾ ਕ੍ਰਾਸ ਸੀ, ਟੈਡੀ ਇਹ ਕਬੂਤਰ ਅੱਛੇ ਸਨ ਲਾਲੇ ਮੋਸਨ ਕੋਲ, ਜੀ ਜੀ। ਉਸਨੇ ਉਹ ਜੋੜਾ ਲਾਇਆ, ਉਹ ਅੱਛੇ ਉੜ ਗਏ। ਤੇ ਟੈਡੀ ਕਬੂਤਰ ਤੁਹਾਨੂੰ ਪਸੰਦ ਹੈ, ਮਤਲਬ ਕਿਸ ਤਰ੍ਹਾਂ ਦਾ ਕਬੂਤਰ ਟੈਡੀ ਕਬੂਤਰ? ਸਰ ਮੈਂ ਕਬੂਤਰ ਚਾਹੇ ਟੈਡੀ ਚਾਹੇ ਸਿਆਲਕੋਟੀ ਚਾਹੇ ਅੰਗਰੇਜ਼ ਹੈ ਚਾਹੇ ਜਿਹੜਾ ਵੀ ਹੈ, ਮੈਂ ਉਹ ਕਬੂਤਰ ਪਸੰਦ ਕਰਾਂਗਾ ਔਰ ਦੋਸਤਾਂ ਨੂੰ ਵੀ ਇਹ ਰਾਏ ਦਾਂਗਾ ਕਿ ਕਬੂਤਰ ਉਹ ਰੱਖੋ ਜਿਹੜਾ ਕਬੂਤਰ ਤਿਆਰ ਹੈ ਬਾਜ਼ੀ ਦੇ ਵਿੱਚ, ਅਗਰ ਆ ਕੇ ਪਾਣੀ ਰੋਕਦਾ ਤਾਂ ਫਿਰ ਉਸ ਕਬੂਤਰ ਦੀ ਨਸਲ ਨਹੀਂ ਅੱਛੀ, ਉਹ ਕਬੂਤਰ ਦੀ ਨਸਲ 'ਚ ਵੀ ਫਰਕ ਹੈ। ਤੁਹਾਡਾ ਦਾਣਾ ਪਾਣੀ ਠੀਕ ਹੈ, ਤੁਹਾਡੇ 10 ਕਬੂਤਰ ਨਹੀਂ ਰੋਕ ਰਹੇ, ਕਬੂਤਰ ਬਾਰ-ਬਾਰ ਪਾਣੀ ਰੋਕ ਰਿਹਾ, ਤਿਆਰ ਕਬੂਤਰ ਕੱਚੀਆਂ ਫੜਕਾਂ 'ਚ ਨਹੀਂ, ਤੇ ਫਿਰ ਉਹ ਕਬੂਤਰ ਨਹੀਂ। ਚਾਹੇ ਲਾਲ ਅੱਖਾਂ ਵੀ ਇਸ ਤਬੀਅਤ ਦਾ ਲੱਭੇ, ਉੱਡੇ ਵੀ ਅੱਛਾ, ਔਰ ਜਿਹੜਾ ਬੰਦ ਉੜੇਗਾ ਜ਼ੀਰੋ ਜਾਏਗਾ ਉਹ ਨਹੀਂ ਪਾਣੀ ਰੋਕੇਗਾ, ਉਹ ਕਬੂਤਰ ਰੱਖੋ ਜਿਹੜੇ ਤੰਗ ਨਾ ਕਰਨਾ ਆ। ਉਹ ਚਾਹੇ ਟੈਡੀ ਹੈ, ਚਾਹੇ ਉਹ ਲਾਲ ਅੱਖਾਂ ਹੈ, ਚਾਹੇ ਉਹ ਸਿਆਲਕੋਟੀ ਹੈ, ਚਾਹੇ ਉਹ ਪਿਪਲਾਂ ਵਾਲਾ, ਜਿਸ ਦੇ ਵਿੱਚ ਬਰਦਾਸ਼ਤ ਤੇ ਉਹ ਕਬੂਤਰ ਰੱਖੋਗੇ ਤੇ ਤੁਹਾਡੀ ਨਸਲ ਅੱਗੇ ਚੱਲ ਕੇ ਅੱਛੀ ਰਹੇਗੀ। ਸਰ ਜੀ ਅੱਜ ਕੱਲ੍ਹ ਨਸਲਾਂ 'ਚ ਕ੍ਰਾਸ ਬਹੁਤ ਹੋ ਗਿਆ ਵੇ, ਅਸਲ ਪਹਿਚਾਣ ਉਹ ਮੁਸ਼ਕਲ ਹੋ ਗਿਆ ਹੈ। ਕੋਈ ਬਾਡੀ ਸਟਰਕਚਰ ਵੱਲੋਂ ਕੋਈ ਦੱਸੋ ਨਾ ਕਿਸ ਤਰ੍ਹਾਂ ਦਾ ਉਹ ਕਬੂਤਰ ਹੋਵੇ ਕਿ ਸਰ ਵੇਖੋ ਨਾ, ਬਾਡੀ ਸਟਰਕਚਰ ਤੇ ਹੁੰਦਾ ਹੀ ਹੁੰਦਾ ਨਾ, ਹਰ ਬੰਦੇ ਦਾ ਆਪਣਾ ਇੱਕ ਜ਼ਿਹਨ ਹੈ, ਆਪਣਾ ਇੱਕ ਨਕਸ਼ ਹੈ, ਇੱਕ ਨਜ਼ਰ ਹੈ। ਤੁਹਾਡੇ ਹੱਥ ਦਾ ਕਮਾਲ ਹੈ, ਪੁਆਇੰਟ ਗਿਣਨ ਲੱਗ ਪਈਏ ਉਹ ਤੇ ਇੰਨਾ ਟਾਈਮ ਹੀ ਨਹੀਂ ਹੁੰਦਾ। ਹੁੰਦੇ ਨੇ ਪੁਆਇੰਟ ਵੀ ਹੁੰਦੇ ਨੇ, ਕਿਸੇ ਦੀ ਕੋਈ ਲੱਤ ਵੇਂਦਾ, ਕੋਈ ਕੁਝ ਵੇਂਦਾ, ਲੇਕਿਨ ਬਾਡੀ ਸਟਰਕਚਰ ਜਿਹਦਾ ਪੂਰਾ ਹੁੰਦਾ ਉਹੀ ਕਬੂਤਰ ਉੜਦਾ ਵੀ ਹੈ। ਸਰ ਜੀ ਵੈਸੇ ਪਹਿਲੇ ਲੋਕੀ ਦੂਸਰੀ ਇੱਕ ਹੋਰ ਚੀਜ਼ ਦੇਖੋ, ਕਬੂਤਰ ਇੰਡੀਆ ਤੋਂ ਚੱਲਿਆ ਜੀ ਜੀ ਜ਼ਿਆਦਾ, ਇੰਡੀਆ ਵਾਲਿਆਂ ਪਿਓਰ ਕੀਤੇ, ਉਹ ਕਿੱਥੇ ਚਲੇ ਗਏ? ਅਸਾਂ ਕ੍ਰਾਸ ਲਾਏ, ਅਸੀਂ ਕਿੱਥੇ ਚਲੇ ਗਏ? ਫਿਰ ਤੁਸੀਂ ਇਹ ਦੱਸੋ ਪਿਓਰ ਠੀਕ ਹੈ ਕਿ ਕ੍ਰਾਸ ਠੀਕ ਨੇ? ਇਹ ਤਾਂ ਜ਼ਾਹਰੀ ਗੱਲ ਹੈ। ਫਿਰ ਪਹਿਲਾਂ ਹੋਰ ਰਿਜ਼ਲਟ ਹੁੰਦੇ ਹਨ, ਹੁਣ ਲੋਕਾਂ ਨੂੰ ਸ਼ਾਮ ਸਰ ਵੇਖੋ ਨਾ, ਟੈਡੀ ਬਣਿਆ ਇਹਦੇ ਪਿੱਛੇ ਵੀ ਵੇਖੋ ਕਿ ਕਿਆ ਟੈਡੀ ਕਬੂਤਰ ਪਿਓਰ ਸੀ ਜਿਸ ਜੋੜੇ ਚੋਂ ਬਣੇ? ਨਹੀਂ ਸਖੀ ਸਾਹਿਬ ਫਰਮਾਉਂਦੇ ਨੇ ਕਿ ਉਹ ਪਿੱਛੋਂ ਆਏ ਹਨ, 4-5 ਨਸਲਾਂ ਹਨ, ਉਹਨਾਂ ਦੇ ਕੰਬੀਨੇਸ਼ਨ ਬਣ ਕੇ ਡੈਡੀ ਬਣਿਆ ਹੋਵੇ। ਫਿਰ ਸਮਝੋ ਕ੍ਰਾਸ ਸੀ। ਕ੍ਰਾਸ ਸੀ। ਤੁਹਾਡੇ ਕੋਲ ਬਟੇਰੇ ਕਬੂਤਰ ਨੇ, ਸਿਆਲਕੋਟ ਦੇ ਜਿਹੜੇ ਸਿਆਲਕੋਟ ਦੇ, ਕਿਆ ਬਟੇਰੇ ਤੋਂ ਪਿੱਛੇ ਵੀ ਬਟੇਰੇ ਹੀ ਸੀ ਜਾਂ ਬਟੇਰੇ ਤੋਂ ਪਿੱਛੇ ਹੋਰ ਨਸਲਾਂ ਸਾਰੀ ਸਨ? ਗੱਲ ਕ੍ਰਾਸ ਬਣ ਕੇ ਨਸਲ ਬਣਦੀ। ਅਗਰ ਸਾਡੇ ਕੋਲ ਅੰਗਰੇਜ਼ ਬਣੇ ਨੇ ਜੀ, ਹੁਣ ਅੰਗਰੇਜ਼ ਨੇ, ਅੰਗਰੇਜ਼ ਤੋਂ ਪਿੱਛੇ ਕਿੰਨੀਆਂ ਖੂਨ ਇਹਦੇ ਚ ਆਏ, ਕਿੰਨੀਆਂ ਨਸਲਾਂ ਰਲੀਆਂ ਨੇ। ਉਸਤਾਦ ਜੀ ਜਿਹੜਾ ਅਸੂ ਆ ਰਿਹਾ ਹੈ, ਇਹਦੀ ਤਿਆਰੀ ਕਿਵੇਂ ਜਾ ਰਹੀ ਹੈ? ਸਰ ਵੇਖੋ, ਅਸੂ ਚ ਨਾ ਅਸੀਂ ਅੱਜ ਤੱਕ ਜਿੱਦਣ ਵੀ ਖੇਡੇ ਹਾਂ ਕੋਈ ਅਸਨ ਸੀਰੀਅਸ ਲੈ ਕੋ ਨਹੀਂ ਖੇਡੇ, ਨਾ ਅੱਛੇ ਕਬੂਤਰਾਂ ਦੀ ਪਰਪੁੱਟੀ ਕਰੀ ਦੀ ਹੈ। ਤੇ ਇਸ ਦਫਾ ਕੋਸ਼ਿਸ਼ ਕਰਾਂਗੇ। ਅਸੀਂ ਇਸ ਤਰ੍ਹਾਂ ਹੁੰਦਾ ਨਾ ਕਿ ਅਸੀਂ ਜੇਠ ਵਾਸਤੇ, ਅਸੀਂ ਜੇਠ ਨੂੰ ਫੋਕਸ ਰੱਖਨੇ ਆ, ਜੇਠ ਵਾਸਤੇ ਕਬੂਤਰ ਹੁਣ ਵੀ ਅਸੂ ਜਿਹੜੇ ਕਬੂਤਰ ਅੱਛੇ ਲੰਮੇ ਉੜਨਗੇ ਅਸੀਂ ਲੈਦਾ ਕਰ ਲਵਾਂਗੇ। ਉਸਤਾਦ ਜੀ ਕੁਝ ਉਸਤਾਦ ਆਖਦੇ ਨੇ ਅਸੂ ਵਾਲੇ ਜਿਹੜੇ ਕਬੂਤਰ ਹੁੰਦੇ ਨੇ ਉਹ ਜੇਠ 'ਚ ਕੰਮ ਹੀ ਨਹੀਂ ਦਿੰਦੇ। ਸਰ ਨਹੀਂ ਹੈ ਇਹ ਗੱਲ ਨਹੀਂ, ਜਿਹੜਾ ਅਸੂ ਸ਼ਾਮ ਨੂੰ ਉੜਦਾ, ਮੇਰਾ ਅੰਗਰੇਜ਼ ਕਬੂਤਰ ਅਸੂ ਵੀ ਸ਼ਾਮੀ ਬਹਿੰਦਾ ਰਿਹਾ, ਜੇਠ ਵੀ ਸ਼ਾਮੀ ਬਹਿੰਦਾ ਰਿਹਾ। ਆਖਦੇ ਨੇ ਪ੍ਰਵਾਜ਼ ਪੂਰੀ ਨਹੀਂ ਹੁੰਦੀ, ਬਹਿ ਨਹੀਂ ਸਕਦਾ ਆਇਆ ਤੇ ਬਹਿ। ਸਰ ਜਿਹੜਾ ਅਸੂ ਹੈ ਨਾ, ਅਸੂ ਬਾਣਾ ਪੈਂਦਾ, ਬਾਣਾ ਪੈਂਦਾ ਜੀ, ਪ੍ਰੈਕਟਿਸ ਕਰਾਉਣੀ ਪੈਂਦੀ। ਅਸੂ ਬਸ ਇਹੀ ਗੱਲ ਹੈ ਨਾ, ਇਹ ਇੱਥੇ ਹੀ ਜਿਹੜਾ ਨੱਪ ਗਿਆ। ਵੇਖੋ ਸਾਡਾ ਭਰਾ ਹੈ ਅਸਰ ਗਰਾਇਆ ਕਿੰਜ ਸੂਈ ਬਣ ਕੇ ਟੁਰਦਾ, ਪਿਛਲੇ ਸਾਲ ਅੰਜਮ ਸ਼ਬੀਰ ਮੋਨੇ ਨੇ ਉਡਾਏ ਨੇ ਕਬੂਤਰ। ਤੇ ਥੋੜਾ ਜਿਹਾ ਜ਼ੇਨ ਬੰਦਾ ਯਾਰ ਜਿਹੜੇ ਵੀ ਸ਼ੋਭੇ 'ਚ ਵੜਦਾ, ਅਗਰ ਅਸੀਂ ਵੀ ਹਰ ਵਾਰੀ ਅਸੂ ਉੱਡਣ ਲੱਗ ਪੈਂਦੇ ਤੇ ਸਾਡਾ ਜ਼ੇਨ ਬਣਦਾ ਆਖਰ ਅਸੀਂ ਉਸ ਰਿਜ਼ਲਟ ਤੇ ਪਹੁੰਚ ਜਾਵਾਂਗੇ ਕਿ ਕਿਸ ਤਰ੍ਹਾਂ ਬੈਠਦੇ ਨੇ। ਲੈਟ ਤੇ ਲੱਗੇ ਆ ਵੀ ਨਹੀਂ ਬੈਠਦਾ। ਪਰ ਉਸਤਾਦ ਜੀ ਸਾਰੇ ਜਿਹੜੇ ਅਸੂ ਦੇ ਕਬੂਤਰ ਨੇ ਜੇਠ 'ਚ ਪਰਫਾਰਮੈਂਸ ਵੀ ਨਹੀਂ ਦਿੰਦੇ ਹੈ ਸਾਰੇ, ਮੈਜੋਰਟੀ ਇਹੀ ਹੈ। ਮੰਨ ਲੈਂਦੇ ਆ ਤੁਹਾਡੀ ਇਹ ਵੀ ਗੱਲ। ਨਹੀਂ ਤੁਸੀਂ ਦੱਸੋ ਨਾ, ਆਪਣੀ ਰਾਏ ਦੱਸੋ। ਨਹੀਂ ਮੇਰੇ ਕੋਲ ਤੇ ਉੜੇ ਨੇ। ਵੇਖੋ ਅਸੀਂ ਤੁਹਾਨੂੰ ਇੱਕ ਗੱਲ ਦੱਸੀ ਹੈ ਕਿ ਅਸੀਂ ਅੱਛਾ ਕਬੂਤਰ ਉਡਾਉਂਦੇ ਨਹੀਂ ਅਸੂ ਅੱਗੇ ਪਿਛਲੇ ਸਾਲਾਂ 'ਚ। ਜੀ ਜੀ। ਤੇ ਇਸ ਦਫਾ ਵੀ ਮੇਰਾ ਖਿਆਲ ਆਉਂਦਾ 1-2 ਕਬੂਤਰ ਸਾਡੇ ਅਸੂ ਉੜੇ ਪਏ ਨੇ ਇਸ ਸੈੱਟ ਵਿੱਚ ਐਸਾ। ਤੇ ਉਸਤਾਦ ਜੀ ਪਰ ਬੁਟਾਈ ਹੋ ਗਈ ਹੈ ਨਾ, ਪਰ ਪਟਾਈ ਹੋ ਗਈ। ਤੇ ਦਾਣਾ ਪਾਣੀ ਕੀ ਦੇ ਰਹੇ ਹੋ ਪਰਾਂ ਵਾਸਤੇ? ਪਰਾਂ ਵਾਸਤੇ ਅਸੀਂ ਤੇ ਮੋਟਾ ਦਾਣਾ ਹੀ ਪਾ ਦਈਦਾ। ਮੋਟਾ ਦਾਣਾ ਜੈਸੇ ਉਹ ਕਣਕ ਚਨੀ ਸਹੀ, ਤੇ ਦੂਸਰਾ ਪੋਰੇ ਪਾ ਦਿੱਤੇ ਸੁਬਾ ਕੋਈ। ਉਸਤਾਦ ਜੀ ਸਿਆਲਕੋਟ, ਖਾਰੀਆਂ, ਜੇਹਲਮ, ਗੁਜਰਾਂਵਾਲਾ, ਇਹਨਾਂ 'ਚ ਪਲੇਅਰ ਵੀ ਮਾਸ਼ਾਅੱਲਾ ਅੱਛੇ ਨੇ, ਕਾਫੀ ਲੈਜੈਂਡ ਪਲੇਅਰ ਨੇ, ਤਾਰੀਖ ਉਠਾ ਕੇ ਵੇਖ ਲਓ, ਵੱਡੇ ਵੱਡੇ ਖਿਲਾੜੀ ਨੇ। ਪਰ ਹੁਣ ਜਿਹੜੇ ਵੇਖਣ ਦੇ ਆ ਨਾ, ਇਹਦੀ ਪਰਫਾਰਮੈਂਸ ਨਹੀਂ ਆ ਰਹੀ ਉਸ ਸਾਈਡ ਤੋਂ, ਇਹਦੀ ਵਜ੍ਹਾ ਕੀ ਹੈ? ਸਰ ਪਤਾ ਗੱਲ ਕੀ ਹੈ, ਵੇਖੋ ਅਸੀਂ ਸਰਗੋਧੇ 'ਚ ਆਏ ਹਾਂ ਨਾ, ਮੈਂ 2021 'ਚ ਆਇਆ ਤੇ ਸਾਡੇ ਸੀਨੀਅਰ ਮੋਸਟ ਸੀਨੀਅਰ ਜਿਹੜੇ ਦੋਸਤ ਸਨ ਉਹ ਇਹ ਆਂਦੇ ਸਨ ਕਿ ਸਰਗੋਧਾ ਵਾਲੇ ਨਹੀਂ ਜਿੱਤ ਸਕਦੇ ਉਹਨਾਂ ਲੋਕਾਂ ਨੂੰ।
ਚੈਂਪੀਅਨ ਪੰਜਾਬ ਨਹੀਂ ਬਣ ਸਕਦਾ, ਲੇਕਿਨ ਮੈਂ ਉਦਣ ਦੀ ਬਹਿਸ ਕਰਦਾ ਸੀ ਕਿ ਇੱਥੇ ਬਣ ਸਕਦਾ ਹੈ। ਵੇਖੋ ਹੁਣ ਉਹਨਾਂ ਇਲਾਕਿਆਂ ਵਿੱਚ ਹੀ ਰਿਆਜ਼ ਭੱਟ ਸਾਹਿਬ 11 ਰੋਜ਼ਾ ਮੇਰੇ ਕੇ ਚੈਂਪੀਅਨ ਬਣੇ ਨੇ, ਉਹਨਾਂ ਇਲਾਕਿਆਂ 'ਚ ਹੀ ਖੁਰਮ ਸ਼ਾਹ ਮਨੀਰ ਸ਼ਾਹ ਚੈਂਪੀਅਨ ਬਣੇ ਆ, ਉਹਨਾਂ ਇਲਾਕਿਆਂ 'ਚ ਹੀ ਇਰਫਾਨ ਹੰਜ ਨੇ ਕੋਈ 2-3 ਸਾਲ ਕਬੂਤਰ ਉਡਾਏ ਨੇ, ਕਮਾਲ ਕਬੂਤਰ ਉਡਾਏ ਨੇ। ਸਖਾਵਤ ਭੱਟੋ ਬਣਿਆ ਚੈਂਪੀਅਨ ਬਣਿਆ, ਰਾਜਾ ਕਾਕਾ ਸਾਹਿਬ ਉੱਡਦੇ ਨੇ, ਉਸੇ ਜੇਲਮ ਦੇ ਵਿੱਚ ਉੱਡਦੇ ਨੇ। ਦਰਿਆ ਦੇ ਉੱਤੇ ਹੋਰ ਵੀ ਛੱਤਾਂ ਹੈ ਨੇ, ਵੇਖੋ ਦਰਿਆ ਤੇ ਕਿੰਨੀਆਂ ਛੱਤਾਂ ਨੇ। ਰਿਜ਼ਲਟ ਰਾਜਾ ਸਾਹਿਬ ਦਾ ਹੁੰਦਾ, ਜਿੰਨੇ ਮਿਹਨਤ ਕਰਨੀ ਹੈ ਉਹਦਾ ਹੁੰਦਾ। ਬਾਕੀ ਬਾਜ਼ ਕਤ ਇਸ ਤਰ੍ਹਾਂ ਵੀ ਹੁੰਦਾ ਕਿ ਸਾਡੀ ਟੀਮ ਟੁੱਟ ਜਾਂਦੀ ਹੈ। ਅੰਦਰ ਬਾਤ ਇਹ ਹੁੰਦੀ ਹੈ ਕਿ ਜਿਹੜੀ ਟੀਮ ਹੁੰਦੀ ਹੈ, ਟੀਮ ਦੇ ਕੁਝ ਮਾਮਲਾਤ ਬਣ ਜਾਂਦੇ ਨੇ, ਉਹ ਟੁੱਟ ਜਾਂਦੀ ਹੈ, ਟਾਈਮ ਨਹੀਂ ਰਹਿੰਦਾ। ਬਾਜ਼ ਕਤ ਨਾ ਹੋਰ ਬੰਦੇ ਦਾ ਹੁੰਦਾ, ਬੈਕ ਉੱਤੇ ਹੋਰ ਬੰਦਾ ਹੁੰਦਾ ਜਿਹੜਾ ਮਿਹਨਤ ਕਰ ਰਿਹਾ ਹੁੰਦਾ, ਉਹ ਬੰਦਾ ਚਲਾ ਜਾਂਦਾ, ਨਹੀਂ ਰਹਿੰਦਾ, ਰਿਜ਼ਲਟ ਖਤਮ ਹੋ ਜਾਂਦਾ। ਤੇ ਉਸਤਾਦ ਜੀ ਫਿਰ ਕਿਉਂ ਆਖਦੇ ਨੇ ਕਿ ਮੌਸਮ ਕਾਫੀ ਰਿਲੈਕਸੇਸ਼ਨ ਦਿੰਦਾ ਵੇ ਪਿਪਲਾਂ ਵਾਲੇ ਮੀਆਂ ਵਾਲੀ ਸਾਈਡ ਤੇ? ਇਹਦੇ ਪਿੱਛੇ ਕੋਈ ਰੀਜ਼ਨ ਹੈ ਤੇ ਆਖਦੇ ਨੇ? ਸਰ ਵੇਖੋ ਮੌਸਮ ਦਾ ਨਾ, ਮੌਸਮ ਪੰਜਾਬ ਹੈ ਬਹੁਤ ਬੜਾ ਹੈ। ਅਸੀਂ ਇੱਕ ਤੇ ਜ਼ਿਕਰ ਇਸ ਵਾਸਤੇ ਨਹੀਂ ਕਰਾਂਗੇ, ਅਸੀਂ ਯਾਰ ਗਏ ਨਹੀਂ ਸਿਆਲਕੋਟ, ਬੈਠੇ ਨਹੀਂ, ਉਡਾਏ ਨਹੀਂ, ਅਸੀਂ ਉਸ ਬਾਰੇ ਡਿਸਕਸ ਕਰਨੀ ਹੈ, ਸਾਡੇ ਨਹੀਂ ਇਲਮ ਚ, ਅਸੀਂ ਗਲਤ ਕਰਨੀ ਹੈ। ਅਸੀਂ ਆਪਣੀ ਕਰ ਸਕਨੇ ਆ ਨਾ, ਜਿੱਤੇ ਅਸੀਂ ਉਡਾ ਰਹੇ ਹਾਂ। ਅਗਰ ਸਾਡੇ ਅੱਛੇ ਕਬੂਤਰ ਉੱਡਣੇ ਨਾ ਸਾਣਾ ਜੀ ਫੇਵਰਟ ਮੌਸਮ ਹੈ ਯਾਰ। ਅੱਜ ਤੂੰ 10 ਸਾਲ ਪਹਿਲਾਂ ਕਿਉਂ ਨਹੀਂ ਸੀ ਕੋਈ ਬੰਦਾ ਆਂਦਾ ਕਿ ਸਰਗੋਦਾ ਦਾ ਮੌਸਮ ਫੇਵਰਟ ਹੈ, ਚਨਿਓਟ ਦਾ ਮੌਸਮ ਫੇਵਰਟ ਹੈ, ਫੈਸਲਾਬਾਦ ਦਾ ਫੇਵਰਟ ਹੈ। ਅਸੀਂ ਤਾਂ ਫੈਸਲਾਬਾਦ ਦੇ ਲੋਕਾਂ ਦੀ ਜ਼ਬਾਨ ਵੀ ਇਹ ਸੁਣੀਦਾ ਸੀ ਯਾਰ ਕਿ ਇਹ ਜਿਹੜਾ ਮੌਸਮ ਹੈ ਟਫ ਮੌਸਮ ਹੈ ਜੀ। ਫੈਸਲਾਬਾਦ ਦੇ ਲੋਕ ਵੀ ਜਾਂਦੇ ਸੀ 10 ਸਾਲ ਪਹਿਲੇ ਕਿਉਂ ਨਹੀਂ। ਇਹ ਜਿੱਥੇ ਵੀ ਜਿਹਦੇ ਉੱਡ ਰਹੇ ਨੇ ਉਹ ਸਮਝਦੇ ਬਖਤ ਹੁੰਦੇ ਨੇ। ਪੰਜਾਬ ਜਿੱਤਣ ਵਾਸਤੇ ਕੁਝ ਨਾ ਕੁਝ ਮੌਸਮ ਨੇ ਫੇਵਰ ਦੇਣਾ ਕਿਸੇ ਇਲਾਕੇ ਤੇ, ਉਸ ਇਲਾਕੇ ਦੇ ਪਲੇਅਰ ਨੇ ਜਿੱਤਣਾ। ਉਹਨਾਂ ਇਲਾਕਿਆਂ 'ਚ ਭਾਈਜਾਨ ਪੰਜਾਬ ਚੈਂਪੀਅਨ ਬਣੇ ਨੇ। ਫਿਰ ਇੱਕ ਹੋਰ 2021 ਵਿੱਚ ਚਾਚਾ ਅਕਮਲ ਖਾਨ 20 ਘੰਟੇ ਵੀ ਬਣੇ, ਬੱਚਿਆਂ ਕੋਲੋਂ ਹਾਰ ਗਿਆ। ਮੌਸਮ ਉਹਨੂੰ ਵੀ ਪਿਆ, ਉਸ ਰੋਲਾ ਤਾਂ ਨਹੀਂ ਪਾਇਆ ਵਾ ਮੈਂ ਨਾਲ ਮੈਂ ਮਰ ਗਿਆ, ਮੈਨੂੰ ਮੌਸਮ ਪੈ ਗਿਆ, ਪੇਤ ਉਹਨੂੰ ਵੀ ਸੀ। ਫਿਰ ਮੌਸਮ ਅਫੈਕਟ ਤੇ ਕਰਦਾ ਹੈ ਨਾ ਕਬੂਤਰਬਾਜ਼ੀ ਤੇ? ਸਰ ਕਰਦਾ, 40-45 ਕਬੂਤਰ ਚਲੇ ਗਿਆ। ਉਸਤਾਦ ਜੀ ਤੁਹਾਡੇ ਦੋਸਤ ਨੇ ਅਜ਼ਰ ਗੁਰਾਇਆ ਸਾਹਿਬ, ਉਹਨਾਂ ਬਾਰੇ ਕੀ ਬੋਲੋਗੇ? ਸਰ ਉਹ ਸਾਡਾ ਭਰਾ ਵੇ ਤੇ ਅਸੀਂ ਇੱਕ ਜਾਨ ਆ। ਸਾਡੀ ਕਬੂਤਰਬਾਜ਼ੀ ਘਰ-ਬਾਰ ਸਾਰਾ ਇਕੱਠੇ, ਉਹ ਸਾਡਾ ਭਰਾ ਵੀ ਹੈ। ਹੋਰ ਕਾਫੀ ਸਾਰਾ ਤਕਰੀਬਨ ਉਸ ਲਾਹੌਰ 'ਚ ਕਬੂਤਰ ਉਡਾਏ ਨੇ, ਮੈਂ ਇੱਥੇ ਉਡਾਏ ਨੇ ਰੋਜ਼ਾਨਾ। ਉਹਨਾਂ ਇਹ ਪਤਾ ਇੱਥੇ ਆਸਮ ਚੱਦੜ ਕੀ ਦਿੱਤਾ ਤੇ ਮੈਨੂੰ ਇਹ ਪਤਾ ਲਾਹੌਰ ਉਸ ਕੀ ਕੀਤਾ, ਕਿਸ ਤਰਤੀਬ ਦੇ ਛੱਡ ਰਿਹਾ। ਕੁਝ ਲੋਕ ਆਖਦੇ ਹਨ ਕਿ ਜਿਹੜੇ ਅਜ਼ਰ ਗੁਰਾਇਆ ਸਾਹਿਬ ਨੇ ਜੇਠ ਦੇ ਪਲੇਅਰ ਨਹੀਂ ਆ, ਲੇਕਿਨ ਮਾਸ਼ਾਅੱਲਾ ਉਹਨਾਂ ਬੜਾ ਲੋਹਾ ਮਨਵਾਇਆ। ਸਰ ਪਤਾ ਕੀ ਹੁੰਦਾ ਹੈ, ਅੱਗੇ ਤੁਹਾਨੂੰ ਇੱਕ ਮੈਂ ਗੱਲ ਦੱਸੀ ਹੈ ਕਿ ਯਾਰ ਪਿੱਛੇ ਕਹਾਣੀ ਹੋਰ ਹੁੰਦੀ ਹੈ ਜੀ ਜੀ। ਕਿ ਜਾਨੀਅਨ ਬਾਤ ਹੈ ਕਿ 2-3 ਸਾਲ ਮੈਨੂੰ ਪਤਾ ਹੈ ਅਜ਼ਰ ਗੁਰਾਇਆ ਦੇ ਕਬੂਤਰਾਂ ਦੇ ਜੇਠ ਵਾਲਿਆਂ ਦੇ ਪਰ ਨਹੀਂ ਸੀ ਸਹੀ ਨਿਕਲਦੇ, ਸਹੀ ਨਹੀਂ ਸੀ ਨਿਕਲਦੇ। ਉਸ ਵਜ੍ਹਾ ਤੋਂ ਫਿਰ ਜਿਹੜਾ ਉਹ ਪ੍ਰੋਗਰੈਸ ਨਹੀਂ ਆਈ। ਹੁਣ ਲਾਹੌਰ ਜਾ ਕੇ ਉਸ ਵਹਿਮ ਤੇ ਕੱਢ ਦਿੱਤਾ। ਬਾਕੀ ਵੇਖੋ ਜਿਹੜੇ ਨਹੀਂ ਮੰਨਦੇ ਕਿੰਨੇ ਲੋਕ ਖੁਦਾ ਨੂੰ ਵੀ ਨਹੀਂ ਮੰਨਦੇ। ਕਬੂਤਰ ਮਾਸ਼ਾਅੱਲਾ ਉਹ ਅੱਛੇ ਉਡਾ ਲੈਂਦਾ, ਹੋਰ ਬੜਾ ਜ਼ਹੀਨ ਆਦਮੀ ਹੈ। ਬਾਕੀ ਰਹਿ ਕੇ ਮੇਰੀ ਕਬੂਤਰਬਾਜ਼ੀ ਦੀ, ਮੈਂ 2021 ਵਿੱਚ ਜੀ ਜੀ ਉਸਤਾਦ ਮੀਰ ਮੁਖਤਿਆਰ ਨਾਲ ਮੇਰਾ ਤਲਕ ਬਣਿਆ। ਉਹ ਮੇਰਾ ਭਾਈ ਵੀ ਹੈ, ਤਲਕ ਭਾਈਆਂ ਵਾਲਾ। ਮੈਨੂੰ ਖਾਨ ਸਾਹਿਬ ਨੇ ਅਸੂ ਚ ਮੈਂ ਵਾਲਾ ਕਿ ਬੰਦਾ ਹੀ ਬੰਦਾ ਸੀ, ਉਹ ਹੀ ਮੈਨੂੰ ਆਂਦੇ ਨੇ ਸੁਣਾ ਕਬੂਤਰਾਂ ਦੀ। ਮੈਂ ਕਿਹਾ ਯਾਰ ਕਬੂਤਰ ਹੈ ਜਿਹੜਾ ਗੋਗਾ ਵੀ ਇਹ ਆਂਦਾ ਥੱਕ ਗਏ ਨੇ, ਉਸਤਾਦ ਆ ਕਹਿਣ ਲੈ ਕੇ ਆ ਜ਼ਰਾ। ਮੈਂ ਗਿਆ, ਮੇਰੀ ਤੇ ਉਸਤਾਦ ਦੀ ਸਵਾਲ ਜਵਾਬ ਕਬੂਤਰਬਾਜ਼ੀ ਤੇ ਹੋਣ ਲੱਗ ਪਿਆ। 1 ਘੰਟਾ 1.5 ਮੈਂ ਉੱਥੇ ਰਿਹਾ। ਉਸ ਮੈਨੂੰ ਕਬੂਤਰਬਾਜ਼ੀ ਦੱਸਦਾ ਗਿਆ, ਮੈਂ ਸਵਾਲ ਕਰਦਾ ਗਿਆ, ਜਵਾਬ ਦਿੰਦਾ ਗਿਆ, ਵਾ ਇੱਥੇ ਕੀ ਪੋਜੀਸ਼ਨ ਹੈ, ਇੱਥੇ ਕੀ ਪੋਜੀਸ਼ਨ। ਮੁਖਤਸਰ ਬਾਤ ਹੈ ਕਿ ਮੈਂ ਇਲਮ ਜਿਹੜਾ ਹੈ 90% ਜਾਂ 95 ਵੀ ਕਰ ਲਓ, ਜ਼ਿਆਦਾਤਰ ਜਿਹੜਾ ਉਸਤਾਦ ਮੀਰ ਮੁਖਤਿਆਰ ਕੋਲ ਉਹਨੇ ਹੀ ਮੈਨੂੰ ਦੱਸਿਆ। ਔਰ ਉਸੇ ਘੰਟੇ 1.5 ਦੀ ਕਮਾਲ ਹੈ ਕਿ ਮੈਂ ਅੱਜ ਤੱਕ ਅੱਲਾ ਦਾ ਕਰਮ ਹੈ 2021 ਤੋਂ ਉਡਾ ਰਿਹਾ ਤੇ ਅੱਲਾ ਪਾਕ ਨੇ ਬੜੀ ਬਾਂਹ ਫੜੀ ਹੈ। ਯਾਨੀ ਕਿ ਇੰਨਿਆਂ ਸਾਲਾਂ ਦੇ ਵਿੱਚ ਜ਼ਿਲ੍ਹੇ ਲੈਵਲ ਤੇ ਬਹੁਤ ਅੱਛੇ ਉਡੇ ਆ। ਚਲੋ ਪੰਜਾਬ ਤੇ ਕੀ ਆ ਗਏ, ਅੱਗੇ ਵੀ ਮੈਂ ਆਪਣੇ ਘਰੋਂ 13 ਵਾਲੀ ਛੱਤ ਉਡਾਈ। 21 ਵਿੱਚ ਉਦਣ ਵੀ ਮੈਂ ਤੀਸਰੇ ਜਾਂ ਚੌਥੀ ਪੋਜੀਸ਼ਨ 'ਚ ਸਾਂ ਪੰਜਾਬ 'ਚ। ਫਿਰ 22 ਵਿੱਚ ਉਸਤਾਦ ਇਫਤਿਖਾਰ ਕਰਨ ਵਾਲੀ ਛੱਤ ਸਾਡੀ ਉੱਡੀ, ਇਹ ਵੀ ਤਕਰੀਬਨ ਤੀਸਰੇ ਚੌਥੇ 5ਵੇਂ ਨੰਬਰ ਤੱਕ ਇਹ ਵੀ ਗਏ। ਫਿਰ 2 ਸਾਲ ਤੋਂ ਅਰਸ਼ਦ ਪੱਟੀ ਵਾਲੀ ਇਹ ਜਿਹੜੀ ਛੱਤ ਹੈ ਇਹ ਵੀ ਤੀਸਰੇ ਚੌਥੇ
ਨੰਬਰਾਂ ਵਿੱਚ ਰਹੀ ਹੈ ਪੰਜਾਬ 'ਚ। ਪਲੇਅਰ ਉਹ ਹੁੰਦਾ ਜਿਹੜਾ ਟਾਪ 10 'ਚ ਰਵੇ। बाकी अगू भी इंशाल्लाह ताला मेहनत करांगे। पार्ट 2 देखने के लिए हमारा YouTube चैनल विजिट